कोई भी माँ बाप ये नहीं चाहेगा कि ਉਹਦਾ ਬੱਚਾ ਹੱਸਦਾ ਖੇਡਦਾ ਬਿਲਕੁਲ ਠੀਕ ਠਾਕ ਹੈਗਾ ਹੈ ਤੇ ਉਹ ਸਰਜਰੀ ਵਾਸਤੇ ਜਾਏ। ਸਰਜਰੀ ਕਿਉਂ ਕਰਵਾਏ? ਤਾਂ ਜਦੋਂ ਬੱਚਾ ਪਿਊਬਰਟੀ ਦੇ ਵਿੱਚ ਆਉਂਦਾ ਹੈ, ਜਦੋਂ ਉਹਦੇ ਉੱਤੇ ਮੈਚਿਓਰਿਟੀ ਜਾਂ ਅਡਲਟਹੁੱਡ ਦੇ ਫੀਚਰਸ ਆਉਣੇ ਸ਼ੁਰੂ ਹੁੰਦੇ ਹੈ ਕਿ ਜਿਵੇਂ ਦਾੜੀ ਦਾ ਵਧਣਾ, ਆਵਾਜ਼ ਦਾ ਚੇਂਜ ਹੋਣਾ, ਤੇ ਉਦੋਂ ਵੀ ਕੁਝ ਹਾਰਮੋਨਲ ਇੰਬੈਲੈਂਸਿਸ ਹੁੰਦੇ ਹੈ ਜਿਸ ਕਰਕੇ ਬੱਚੇ ਦੀ ਛਾਤੀ ਵੱਧ ਜਾਂਦੀ ਹੈਗੀ ਹੈ। 80 70 500 900 ਇਸ ਨੰਬਰ ਦੇ ਉੱਤੇ ਤੁਸੀਂ ਡਾਇਲ ਕਰਕੇ ਆਪਣੀ ਕੰਸਲਟੇਸ਼ਨ ਬੁੱਕ ਕਰੋ, ਫ੍ਰੀ ਕੰਸਲਟੇਸ਼ਨ ਬੁੱਕ ਕਰੋ। ਜੋ ਸਾਨੂੰ ਅਪਰੋਚ ਕਰਦੇ ਆ ਮੈਂ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਦਵਾਂਗਾ ਫਸਟ ਆਫ ਆਲ, ਤੇ ਉਹਨਾਂ ਨੂੰ ਆਪਾਂ ਕੰਸਲਟ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਵਾਕਈ ਉਹ ਸਰਜਰੀ ਦਾ ਮਤਲਬ ਲਾਇਕ ਹੈਗੇ ਹੈ ਕਿ ਸਰਜਰੀ ਉਹਨਾਂ ਨੂੰ ਕਰਵਾਉਣੀ ਚਾਹੀਦੀ ਹੈ ਜਾਂ ਉੱਦਾਂ ਵੀ ਉਹ ਠੀਕ ਹੋ ਸਕਦੇ। ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਬਹੁਤ ਬਹੁਤ ਸਵਾਗਤ ਹੈ। ਸੋ ਅਸੀਂ ਅੱਜ ਗੱਲ ਕਰਾਂਗੇ ਮੇਲਸ ਦੇ ਵਿੱਚ ਜਿਵੇਂ ਬ੍ਰੈਸਟ ਵੱਧ ਜਾਂਦੀ ਹੈ, ਕੀ ਉਹਦੇ ਕਾਰਨ ਨੇ, ਕਿਵੇਂ ਉਹਨੂੰ ਕਿਉਰ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਸਾਡੇ ਨਾਲ ਗੱਲ ਕਰਨਗੇ ਡਾਕਟਰ ਹਰਕਿਰਨਦੀਪ ਸਿੰਘ ਜੀ, ਗੋਲਡਨ ਐਸਥੈਟਿਕ ਅੰਮ੍ਰਿਤਸਰ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਮੇਲਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਜਿਹੜੀ ਬ੍ਰੈਸਟ ਵੱਧ ਜਾਂਦੀ ਹੈ, ਇਹਦੇ ਕਾਰਨ ਕੀ ਨੇ? ਹਾਂਜੀ, ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਕਿ ਪੇਸ਼ੈਂਟ ਜਦੋਂ ਕਲੀਨਿਕ 'ਚ ਆਉਂਦੇ ਆ, ਇੱਕ ਡਾਕਟਰ ਨੂੰ ਮਿਲਦੇ ਆ, ਉਹ ਕੀ ਸਮੱਸਿਆ ਲੈ ਕੇ ਆਉਂਦੇ ਆ, ਪੇਰੈਂਟਸ ਦਾ ਕੀ ਉਹਦੇ ਪ੍ਰਤੀ ਰਹਿੰਦਾ, ਰਿਐਕਸ਼ਨ ਕੀ ਰਹਿੰਦਾ ਹੈਗਾ। ਦੇਖੋ, ਬੱਚਾ ਆਂਦਾ ਹੈਗਾ ਕੋਈ 18 20 ਸਾਲ 22 ਸਾਲ ਤੱਕ ਦੀ ਏਜ ਦਾ ਇੱਕ ਲੜਕਾ ਆਂਦਾ, ਉਹ ਕਹਿੰਦਾ ਹੈ ਕਿ ਸਰ ਮੈਨੂੰ ਨਾ ਕੌਨਫੀਡੈਂਸ ਬਿਲਕੁਲ ਨਹੀਂ ਰਹਿ ਗਿਆ ਮੇਰੇ ਵਿੱਚ, ਮੈਂ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਉੱਠਦਾ ਬੈਠਦਾ ਵਾਂ ਤੇ ਮੈਨੂੰ ਬੜੀ ਪ੍ਰੋਬਲਮ ਆਂਦੀ ਹੈ, ਮੈਂ ਕੋਈ ਗੋਲ ਗਲੇ ਵਾਲੀ ਟੀ-ਸ਼ਰਟ ਨਹੀਂ ਪਾ ਸਕਦਾ। ਮਤਲਬ ਇਹ ਇੱਕ ਉਹ ਚੀਜ਼ ਹੈ ਜਿਹੜਾ ਹਰ ਬੰਦਾ ਜੋ ਇਸ ਚੀਜ਼ ਨਾਲ ਸਫਰ ਕਰ ਰਿਹਾ ਉਹ ਕੋਰਿਲੇਟ ਕਰੇਗਾ ਕਿ ਹਾਂ ਵਾਕਈ ਮੈਂ ਵੀ ਇਹ ਚੀਜ਼ ਸੋਚਦਾ ਵਾਂ, ਕਿਉਂਕਿ ਮੈਨੂੰ ਪਿਛਲੇ 8-10 ਸਾਲ ਤੋਂ ਕਾਸਮੈਟਿਕ ਪਲਾਸਟਿਕ ਸਰਜਰੀ ਦੇ ਵਿੱਚ ਜੋ ਮੇਰਾ ਤਜਰਬਾ ਹੈ ਉਹਦੇ ਅਕੋਰਡਿੰਗਲੀ ਮੈਂ ਗੱਲ ਕਰ ਰਿਹਾ ਕਿ ਪੇਸ਼ੈਂਟ ਕਿੱਦਾਂ ਪ੍ਰੈਜ਼ੈਂਟ ਕਿੱਦਾਂ ਕਰਦਾ ਹੈਗਾ। ਇੱਕ ਤਾਂ ਉਹ ਕਹੇਗਾ ਕਿ ਮੈਨੂੰ ਬਿਲਕੁਲ ਕੌਨਫੀਡੈਂਸ ਨਹੀਂ ਹੈ, ਮੈਂ ਹੁਣ ਕਾਲਜ, ਕਿਉਂਕਿ 18 ਸਾਲ ਤੋਂ ਬਾਅਦ ਕਾਲਜ ਜਾਣ ਦਾ ਟਾਈਮ ਆ ਜਾਂਦਾ ਹੈ, ਤਾਂ ਆਪਣੇ ਆਪ 'ਚ ਥੋੜ੍ਹੀ ਜਿਹੀ ਹੀਨ ਭਾਵਨਾ ਮਹਿਸੂਸ ਕਰਦਾ ਹੈਗਾ ਕਿ ਉਹਦੀ ਚੈਸਟ ਜਿਹੜੀ ਹੈਗੀ ਹੈ ਉਹ ਥੋੜੀ ਫੀਮੇਲ ਟਾਈਪ ਲੁੱਕ ਦੇ ਵਿੱਚ ਆ ਜਾਂਦਾ ਹੈ। ਉਹਨੂੰ ਅਸੀਂ ਗਾਇਨੇਕੋਮੇਜ਼ੀਆ ਬੋਲਦੇ ਹਾਂ। ਗਾਇਨੋ ਮਤਲਬ ਫੀਮੇਲ ਐਂਡ ਮੈਸਟੀਆ ਮਤਲਬ ਬ੍ਰੈਸਟ, ਮਤਲਬ ਉਹ ਬ੍ਰੈਸਟ ਜੋ ਕਿ ਫੀਮੇਲ ਵਰਗੀ ਲੱਗਦੀ ਹੈਗੀ ਹੈ, ਇਸ ਕਰਕੇ ਇਹਨੂੰ ਗਾਇਨੇਕੋਮੇਜ਼ੀਆ ਬੋਲਿਆ ਜਾਂਦਾ ਹੈ। ਤੇ ਇਹਨੂੰ ਆਪਾਂ ਬਿਮਾਰੀ ਕਹਿ ਸਕਦੇ ਹਾਂ ਜਾਂ ਕਿਸ ਹਾਰਮੋਨਲ ਚੇਂਜਸ ਦੇ ਕਰਕੇ ਜਾਂ ਜੀ ਕਿਸ ਰੀਜ਼ਨ ਨਾਲ ਹੁੰਦੀ ਹੈ? ਐਗਜ਼ੈਕਟਲੀ, ਇਹ ਕੋਈ ਡਿਜ਼ੀਜ਼ ਜਾਂ ਕੁਝ ਇਦਾਂ ਨਹੀਂ ਇਹਨੂੰ ਕਿਹਾ ਜਾ ਸਕਦਾ, ਇਹ ਇੱਕ ਡਿਵੈਲਪਮੈਂਟਲ ਅਨੋਮਲੀ ਹੈ ਕਿ ਡਿਵੈਲਪਮੈਂਟਲ ਜਦੋਂ ਬੱਚਾ ਡਿਵੈਲਪ ਹੋ ਰਿਹਾ ਹੁੰਦਾ ਹੈ, ਇਹ ਕਦੋਂ ਹੁੰਦਾ ਆ। ਹਰ ਬੰਦੇ ਦੇ ਫੇਜ਼ ਦੇ ਲਾਈਫ ਦੇ ਵਿੱਚ ਮਤਲਬ 3 ਫੇਜ਼ਸ ਆਉਂਦੇ ਹੈਗੇ ਹੈ। ਸਭ ਤੋਂ ਪਹਿਲਾਂ ਜਦੋਂ ਕਿ ਬੱਚਾ ਨਿਊ ਬੌਰਨ ਬੇਬੀ, ਮੇਲ ਬੇਬੀ ਬੌਰਨ ਹੁੰਦਾ ਹੈ, ਉਹਦੇ ਸਰੀਰ ਦੇ ਉੱਤੇ, ਉਹਦੀ ਬਾਡੀ ਦੇ ਵਿੱਚ ਉਹਦੀ ਮਦਰ ਦੇ ਫੀਮੇਲ ਹਾਰਮੋਨਸ ਦਾ ਇਫੈਕਟ ਹੁੰਦਾ ਹੈ। ਤੁਸੀਂ ਦੇਖਿਆ ਹੋਏਗਾ ਜਦੋਂ ਬੱਚਾ ਛੋਟਾ ਹੁੰਦਾ ਹੈਗਾ ਤੇ ਉਹਦੀ ਥੋੜੀ ਜਿਹੀ ਚੈਸਟ ਹੈਵੀ ਹੁੰਦੀ ਹੈ, ਮਤਲਬ ਪਫੀ ਹੋਏਗੀ, ਤੇ ਕਿਉਂਕਿ ਉਹਦੇ ਉੱਤੇ ਫੀਮੇਲ ਉਹਦੀ ਮਦਰ ਦੇ ਹਾਰਮੋਨਸ ਦਾ ਇਫੈਕਟ ਰਹਿੰਦਾ ਹੈ। ਬਟ ਇਹ ਗ੍ਰੈਜੂਅਲੀ ਜਦੋਂ ਬੱਚਾ 4-5 ਸਾਲ ਦਾ ਹੁੰਦਾ ਹੈ ਤੇ ਉਸ ਵੇਲੇ ਤੱਕ ਉਹਦੀ ਚੈਸਟ ਫਲੈਟ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਫਸਟ ਫੇਜ਼ ਹੋ ਗਿਆ ਕਿ ਜਦੋਂ ਬੱਚਾ ਬੌਰਨ ਹੁੰਦਾ ਹੈ ਉਹਦੇ ਉੱਤੇ ਫੀਮੇਲ ਹਾਰਮੋਨਸ ਦਾ ਇਫੈਕਟ ਹੁੰਦਾ ਹੈ। 4-5 ਸਾਲ ਦੀ ਉਮਰ ਦੇ ਵਿੱਚ ਜਦੋਂ ਬੱਚਾ ਪਹੁੰਚਦਾ ਹੈ ਤਾਂ ਉਹਦੀ ਚੈਸਟ ਵਾਪਸ ਨਾਰਮਲ ਫਲੈਟ ਹੋ ਜਾਂਦੀ ਹੈ। ਸੈਕੰਡ ਫੇਜ਼ ਉਦੋਂ ਆਉਂਦਾ ਜਦੋਂ ਬੱਚਾ ਪਿਊਬਰਟੀ ਦੇ ਵਿੱਚ ਆਉਂਦਾ ਹੈ, ਜਦੋਂ ਉਹਦੇ ਉੱਤੇ ਮੈਚਿਓਰਿਟੀ ਜਾਂ ਅਡਲਟਹੁੱਡ ਦੇ ਫੀਚਰਸ ਆਉਣੇ ਸ਼ੁਰੂ ਹੁੰਦੇ ਹੈ ਕਿ ਜਿਵੇਂ ਦਾੜੀ ਦਾ ਵਧਣਾ, ਆਵਾਜ਼ ਦਾ ਚੇਂਜ ਹੋਣਾ, ਤੇ ਉਦੋਂ ਵੀ ਕੁਝ ਹਾਰਮੋਨਲ ਇੰਬੈਲੈਂਸਿਸ ਹੁੰਦੇ ਹੈ ਜਿਸ ਕਰਕੇ ਬੱਚੇ ਦੀ ਛਾਤੀ ਵੱਧ ਜਾਂਦੀ ਹੈਗੀ ਹੈ। ਬਹੁਤ ਸਾਰੇ ਕੇਸਿਸ ਦੇ ਵਿੱਚ ਇਹ ਜਿਹੜੀ ਛਾਤੀ ਵਧੀ ਹੋਈ ਛਾਤੀ ਹੁੰਦੀ ਹੈ, ਇਹ ਨਾਰਮਲੇਸੀ 'ਚ ਆ ਜਾਂਦੀ ਹੈ ਜਦੋਂ ਕਿ ਬੱਚਾ 17-18 ਸਾਲ ਦੀ ਏਜ ਤੱਕ ਪਹੁੰਚਦਾ ਹੈ। ਬਟ ਕਈ ਸਾਰੇ ਕੇਸਿਸ ਦੇ ਵਿੱਚ ਇਹ ਪ੍ਰੋਲੋਂਗ ਕਰ ਜਾਂਦੀ ਹੈ, ਤੇ ਅੱਜ ਆਪਾਂ ਇਹਨਾਂ ਹੀ ਬੱਚਿਆਂ ਬਾਰੇ ਗੱਲ ਕਰ ਰਹੇ ਹਾਂ ਕਿ ਜਿਨ੍ਹਾਂ ਦੀ 18 ਸਾਲ ਤੋਂ ਬਾਅਦ ਵੀ ਚੈਸਟ ਜਿਹੜੀ ਹੈ ਨਾਰਮਲ ਸ਼ੇਪ ਵਿੱਚ ਨਾ ਆਉਂਦੇ ਹੋਇਆ ਫੀਮੇਲ ਸ਼ੇਪ ਦੀ ਚੈਸਟ ਬਣੀ ਰਹਿ ਜਾਂਦੀ ਹੈ। ਤੇ ਥਰਡ ਫੇਜ਼ ਉਦੋਂ ਆਉਂਦਾ ਹੈ ਜਦੋਂ ਕਿ ਇੱਕ ਬੰਦਾ ਆਪਣੇ ਬੁਢਾਪੇ ਦੇ ਵਿੱਚ ਐਂਟਰ ਕਰ ਰਿਹਾ ਹੁੰਦਾ ਹੈ ਕਿ ਜਦੋਂ 60-65 ਸਾਲ ਦੀ ਏਜ ਦੇ ਵਿੱਚ ਪਹੁੰਚਦਾ ਹੈ, ਉਦੋਂ ਵੀ ਅਸੀਂ ਇਹ ਦੇਖਦੇ ਹੈਗੇ ਹਾਂ ਕਿ ਸਾਡੀ ਜਿਹੜੀ ਚੈਸਟ ਹੈ ਉਹ ਫਿਰ ਤੋਂ ਦੁਬਾਰਾ ਤੋਂ ਥੋੜਾ ਜਿਹਾ ਹਾਰਮੋਨਲਸ ਦੀ ਜਿਹੜੇ ਮੇਲ ਹਾਰਮੋਨਸ ਹੈ ਉਹ ਥੋੜੇ ਡਾਊਨ ਜਾਣਾ ਸ਼ੁਰੂ ਕਰ ਦਿੰਦੇ ਆ ਤੇ ਫੀਮੇਲ ਹਾਰਮੋਨਸ ਦਾ ਇਫੈਕਟ ਥੋੜਾ ਜਿਹਾ ਅਪ ਆ ਜਾਂਦਾ ਹੈ। ਤੇ ਉਸ ਵਜ੍ਹਾ ਦੇ ਨਾਲ ਮਤਲਬ ਇੱਕ ਮਤਲਬ ਜਦੋਂ ਬੰਦਾ ਇੱਕ ਆਪਣੀ ਐਡਵਾਂਸ ਏਜ ਦੇ ਵਿੱਚ ਪੈਰ ਰੱਖ ਰਿਹਾ ਹੁੰਦਾ ਉਸ ਵੇਲੇ ਵੀ ਇਹ ਪ੍ਰੋਬਲਮ ਫੇਸ ਕਰਦੇ ਹੈਗੇ ਆ। ਸੋ ਇਹ ਤਾਂ 3 ਫੇਜ਼ਸ ਹੋ ਗਏ। ਬਟ ਅੱਜ ਦਾ ਮੇਨ ਮੁੱਦਾ ਹੈਗਾ ਕਿ ਆਪਾਂ ਜਿਹੜੇ ਸੈਕੰਡ ਫੇਜ਼ ਦੇ ਜਿਹੜੇ ਪੇਸ਼ੈਂਟਸ ਹੈਗੇ ਆ ਜਿਹੜੇ ਕਿ ਰਿਜ਼ੋਲਵ ਨਹੀਂ ਹੁੰਦੇ, ਉਹ ਕਿਸ ਤਰ੍ਹਾਂ ਦੀ ਪਰੇਸ਼ਾਨੀਆਂ ਮਤਲਬ ਪੇਸ਼ ਉਹਨਾਂ ਨੂੰ ਆਉਂਦੀਆਂ ਹੈਗੀਆਂ। ਸਭ ਤੋਂ ਵੱਡਾ ਉਹਨਾਂ ਨੂੰ ਥੋੜਾ ਜਿਵੇਂ ਕਹਿੰਦੇ ਅਸੀਂ ਘਰੋਂ ਬਾਹਰ ਨਿਕਲਣਾ ਸਾਨੂੰ ਬੜਾ ਅਜੀਬ ਲੱਗਦਾ ਹੈ।
ਸਵਿਮਿੰਗ ਵਗੈਰਾ ਪੂਲ ਸਾਈਡ ਤੇ ਬੀਚਸ ਤੇ ਜਾਣਾ ਉਹ ਗੋਲ ਗਲੇ ਵਾਲੀ ਟੀ-ਸ਼ਰਟਸ ਨਹੀਂ ਪਾ ਸਕਦੇ। ਹਮੇਸ਼ਾ ਤੁਸੀਂ ਦੇਖੋਗੇ ਕਿ ਸ਼ਰਟ ਦੇ ਬਟਨ ਮਤਲਬ ਬੰਦ ਹੀ ਰਹਿਣਗੇ, ਸ਼ਰਟਸ ਪਾਣਗੇ ਜਾਂ ਫਿਰ ਕੁਝ ਕੰਸੀਲਿੰਗ ਇਦਾਂ ਦੀ ਕੋਈ ਚੀਜ਼ ਕਰਨਗੇ ਕਿ ਜਿਹਦੇ ਨਾਲ ਪਤਾ ਨਾ ਲੱਗੇ ਕਿ ਉਹਨਾਂ ਦੀ ਛਾਤੀ ਵਧੀ ਹੋਈ ਹੈ। ਬਾਹਰ ਨਿਕਲਣਾ ਆਣਾ ਜਾਣਾ ਥੋੜਾ ਜਿਹਾ ਮਤਲਬ ਹਰ ਬੰਦੇ ਦਾ ਇੱਕ ਡਿਫਰੈਂਟ ਸੋਚ ਦਾ ਲੈਵਲ ਹੁੰਦਾ। ਜਿਹੜੇ ਬਹੁਤ ਅਲਟਰਾ ਸੈਂਸਿਟਿਵ ਹੁੰਦੇ ਆ ਬੱਚੇ ਉਹ ਥੋੜਾ ਘਰੋਂ ਬਾਹਰ ਨਿਕਲਣਾ ਇਦਾਂ ਮਤਲਬ ਮਹਿਸੂਸ ਕਰਦੇ ਆ ਵੀ ਘਰੋਂ ਬਾਹਰ ਨਿਕਲਣਾ ਥੋੜਾ ਮੁਸ਼ਕਿਲ ਹੈ। ਜਿੰਨਾ ਮੇਲਸ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਬ੍ਰੈਸਟ ਦੀ ਕਿਤੇ ਨਾ ਕਿਤੇ ਸੋਸਾਇਟੀ ਦੇ ਵਿੱਚ ਤਾਂ ਫੇਸ ਕਰਨਾ ਨਾ ਡਿਫਿਕਲਟ ਲੱਗਦਾ ਹੈ ਤੇ ਡਿਪਰੈਸ਼ਨ ਦੇ ਸ਼ਿਕਾਰ ਵੀ ਹੋ ਸਕਦੇ ਨੇ। ਜੀ ਬਿਲਕੁਲ, ਮੈਂ ਜਿਵੇਂ ਕਿ ਕਹਿ ਰਿਹਾ ਵੀ ਕੁਛ ਇੱਕ ਜਿਹੜੇ ਬੱਚੇ ਹੈ ਦੇਖੋ ਹਰ ਕਿਸੇ ਦੀ ਸਾਈਕੋਲੋਜੀ ਇੱਕ ਡਿਫਰੈਂਟ ਹੁੰਦੀ ਹੈ ਕਿ ਬਹੁਤ ਜ਼ਿਆਦਾ ਅਲਟਰਾ ਸੈਂਸਿਟਿਵ ਬੱਚੇ ਹੁੰਦੇ ਹੈ, ਥੋੜਾ ਡਿਪਰੈਸ਼ਨ 'ਚ ਵੀ ਜਾਣ ਲੱਗਦੇ ਆ। ਪੇਰੈਂਟਸ ਸਮਝਦੇ ਨਹੀਂ ਹੈ, ਪੇਰੈਂਟਸ ਕਹਿੰਦੇ ਆ ਬੱਚਿਆਂ ਨੂੰ ਕਿ ਤੁਸੀਂ ਜਿਮ ਕਰੋ, ਡਾਈਟਿੰਗ ਕਰੋ, ਤੁਸੀਂ ਇਹ ਸਭ ਚੀਜ਼ਾਂ ਨਾਲ ਹੀ ਫਰਕ ਪਏਗਾ ਤੇ ਜਾਂ ਫਿਰ ਕੁਝ ਹੋਮਿਓਪੈਥਿਕ ਮੈਡੀਕੇਸ਼ਨਸ ਜਾਂ ਕੁਝ ਤਰ੍ਹਾਂ ਦੀਆਂ ਮੈਡੀਕੇਸ਼ਨਸ ਜਾਂ ਕੁਝ ਵੀ ਇਦਾਂ ਯੂਜ਼ ਕਰਨ ਵਾਸਤੇ, ਕਿਉਂਕਿ ਇੱਕ ਪੇਰੈਂਟ ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੇਗਾ ਕਿ ਉਹਦਾ ਬੱਚਾ ਹੱਸਦਾ ਖੇਡਦਾ ਬਿਲਕੁਲ ਠੀਕ ਠਾਕ ਹੈਗਾ ਤੇ ਉਹ ਸਰਜਰੀ ਵਾਸਤੇ ਜਾਏ, ਸਰਜਰੀ ਕਿਉਂ ਕਰਵਾਏ। ਬਟ ਉਹ ਉਹਦੇ ਅੰਦਰ ਝਾਕ ਕੇ ਨਹੀਂ ਦੇਖਦੇ ਕਿ ਉਹ ਬੱਚਾ ਕਿਸ ਲੈਵਲ ਦਾ ਮਤਲਬ ਆਪਣੇ ਅੰਦਰ ਹੀਨ ਭਾਵਨਾ ਮਹਿਸੂਸ ਕਰ ਰਿਹਾ ਹੈਗਾ। ਤੇ ਜਦ ਕਿ ਮਾਪਿਆਂ ਨੂੰ ਲੱਗਦਾ ਕਿ ਜੇ ਬੱਚਾ ਠੀਕ ਠਾਕ ਹੈ, ਹੱਸਦਾ ਖੇਡਦਾ ਬੋਲਦਾ ਚੱਲਦਾ ਫਿਰਦਾ ਹੈਗਾ ਤੇ ਕਿਉਂ ਆਪਰੇਸ਼ਨ ਕਰਵਾਈਏ। ਪਰ ਜਦ ਕਿ ਉਹਦੀ ਮਾਨਸਿਕਤਾ ਦੇ ਵਿੱਚ ਜੇ ਆਪਾਂ ਝਾਕ ਕੇ ਦੇਖੀਏ ਤਾਂ ਬੱਚਾ ਅੰਦਰੋਂ ਹੀ ਅੰਦਰ ਆਪਣੇ ਆਪ ਨੂੰ ਮਤਲਬ ਥੋੜਾ ਜਿਹਾ ਸੁਸਾਇਟੀ ਤੋਂ ਪਿੱਛੇ ਜਾ ਰਿਹਾ ਹੁੰਦਾ ਹੈ ਇਸ ਵਜ੍ਹਾ ਦੇ ਨਾਲ। ਜੀ ਡਾਕਟਰ ਸਾਹਿਬ, ਜਿਹੜੀ ਮੇਲਸ ਦੇ ਵਿੱਚ ਬ੍ਰੈਸਟ ਵੱਧ ਜਾਂਦੀ ਹੈ ਇਹਦਾ ਟ੍ਰੀਟਮੈਂਟ ਮੈਡੀਸਨ ਦੇ ਨਾਲ ਪੋਸੀਬਲ ਹੈ ਜਾਂ ਸਰਜਰੀ ਹੀ ਇਹਦਾ ਇਲਾਜ ਹੈ? ਉਹ ਕੁਛ ਇੱਕ ਪਰਸੈਂਟ ਜਿਹੜੇ ਹਾਰਮੋਨਲ ਇੰਬੈਲੈਂਸ ਹੁੰਦੇ ਹੈ ਉਹ ਐਂਡੋਕ੍ਰਾਈਨੋਲੋਜਿਸਟ ਕੋਲ ਆਪਾਂ ਪਹਿਲਾਂ ਰਿਵਿਊ ਲੈਂਦੇ ਆ ਕਿ ਜੇ ਲਾਈਕ ਕੋਈ ਹਾਰਮੋਨਲ ਗ੍ਰੋਸ ਹਾਰਮੋਨਲ ਇੰਬੈਲੈਂਸ ਹੈ। ਇਹਦੇ ਵਿੱਚ 2-3 ਚੀਜ਼ਾਂ ਹੋਰ ਵੀ ਕਰਵਾਉਣੀਆਂ ਚਾਹੀਦੀਆਂ ਕਿ ਲਾਈਕ ਬੱਚੇ ਦੇ ਟੈਸਟੀਕੂਲਰ ਸਾਈਜ਼ ਜਿਹੜੇ ਟੈਸਟਿਸ ਦਾ ਸਾਈਜ਼ ਹੈ ਕਿ ਉਹਦੇ 'ਚ ਤਾਂ ਨਹੀਂ ਕੋਈ ਪਰੇਸ਼ਾਨੀ ਹੈਗੀ। ਤੇ ਜੇ ਇਹ ਸਭ ਚੀਜ਼ਾਂ ਨਾਰਮਲ ਹੋਣ ਤੇ ਫਿਰ ਸਰਜਰੀ ਹੀ ਇੱਕ ਮਾਤਰ ਹੱਲ ਹੈ, ਕਿਉਂਕਿ ਸਿਰਫ 5 ਤੋਂ 7% ਪੇਸ਼ੈਂਟਸ ਹੀ ਇਦਾਂ ਦੇ ਮੈਂ ਦੇਖੇ ਆ ਜਿਹੜੇ ਕਿ ਮੈਡੀਕੇਸ਼ਨਸ ਦੇ ਨਾਲ ਉਹ ਕੰਡੀਸ਼ਨ ਰਿਵਰਟ ਹੋ ਜਾਏ। ਬਟ ਗ੍ਰੋਸਲੀ ਦੇਖਿਆ ਗਿਆ ਹੈ ਕਿ ਇਹ ਕੰਡੀਸ਼ਨ ਮੈਡੀਸਿਨਸ ਨਾਲ, ਜਿਮ ਜਾਣ ਨਾਲ, ਡਾਈਟਿੰਗ ਕਰਨ ਦੇ ਨਾਲ ਬਿਲਕੁਲ ਵੀ ਇੰਪਰੂਵ ਨਹੀਂ ਹੁੰਦੀ ਤੇ ਇਹਦੇ ਵਾਸਤੇ ਅਲਟੀਮੇਟਲੀ ਸਰਜਰੀ ਹੀ ਇੱਕ ਹੱਲ ਹੈਗਾ ਜੋ ਕਿ ਇੱਕ ਪੱਕਾ ਹੱਲ ਹੈਗਾ। ਦੇਖੋ ਪਹਿਲੇ ਸਮੇਂ ਦੇ ਵਿੱਚ ਇਹ ਸਰਜਰੀ ਬਹੁਤ ਵੱਡਾ ਚੀਰਾ ਦੇ ਕੇ ਤੇ ਗਲੈਂਡ ਨੂੰ ਰਿਮੂਵ ਕਰ ਦਿੰਦੇ ਸੀ ਤੇ ਉਹਦੇ ਨਾਲ ਛਾਤੀ ਦੇ ਥੱਲੇ ਬਹੁਤ ਵੱਡਾ ਚੀਰਾ ਪੈ ਜਾਂਦਾ ਸੀ। ਪਲੱਸ ਓਬਵੀਅਸਲੀ ਜਿਵੇਂ ਤੁਸੀਂ ਕਿਹਾ ਬਲੀਡਿੰਗ ਵਗੈਰਾ ਦਾ ਡਰ ਜਾਂ ਕੁਛ ਇਦਾਂ ਦੀ ਚੀਜ਼ਾਂ, ਹਾਂਜੀ ਡੈਫੀਨਿਟਲੀ ਬਲੀਡਿੰਗ ਵੀ ਹੁੰਦੀ ਸੀ। ਪੋਸਟ ਆਪਰੇਟਿਵ ਪੀਰੀਅਡ ਦੇ ਵਿੱਚ ਬੱਚੇ ਨੂੰ ਰਿਕਵਰੀ ਹੋਣ 'ਚ ਵੀ ਕਾਫੀ ਟਾਈਮ ਲੱਗਦਾ ਸੀ, ਰਿਕਵਰ ਹੋਣ 'ਚ ਜ਼ਿਆਦਾ ਟਾਈਮ ਲੱਗਦਾ ਸੀ। ਹੁਣ ਅੱਜ ਕੱਲ੍ਹ ਇਹਦਾ ਬਹੁਤ ਵਧੀਆ ਹੱਲ ਆ ਗਿਆ ਹੈਗਾ ਜਿਹਦੇ 'ਚ ਕਿ ਰਿਕਵਰੀ ਟਾਈਮ ਵੀ ਬਹੁਤ ਰਿਡਿਊਸਡ ਹੈ, ਬਲੀਡਿੰਗ ਵੀ ਕੋਈ ਨਹੀਂ ਹੁੰਦੀ ਤੇ ਪਲੱਸ ਪੇਸ਼ੈਂਟ ਆਪਣੀ ਜਿਹੜੀ ਨਾਰਮਲ ਐਕਟੀਵਿਟੀ ਹੈ, ਨਾਰਮਲ ਰੂਟੀਨ ਹੈ ਉਹ 1-2 ਦਿਨ ਦੇ ਵਿੱਚ ਰਿਜ਼ਿਊਮ ਕਰ ਲੈਂਦਾ ਹੈਗਾ। ਸੋ ਇਹਦੇ ਵਿੱਚ ਅਸੀਂ ਰੀਸੈਂਟਲੀ ਵੀ ਆਰ ਪ੍ਰਾਊਡ ਟੂ ਅਨਾਉਂਸ ਕਿ ਅਸੀਂ ਇੱਕ ਅਮਰੀਕਨ ਬੇਸਡ USA ਬੇਸਡ ਮਸ਼ੀਨ ਇੰਪੋਰਟ ਕਰਵਾਈ ਹੈ ਜਿਹੜਾ ਕਿ ਅਲਟਰਾਸੋਨਿਕ ਅਸਿਸਟਡ ਲਾਈਪੋਸਕਸ਼ਨ UAL ਉਹਨੂੰ ਬੋਲਦੇ ਹਾਂ ਆਪਾਂ। ਤੇ ਇਸ ਮਸ਼ੀਨ ਦੀ ਹੈਲਪ ਦੇ ਨਾਲ ਅਸੀਂ ਇੱਕ ਛੋਟਾ ਜਿਹਾ ਜਿੰਨਾ ਕੁ ਆਪਣਾ ਨੇਲ ਹੈ ਇੰਨਾ ਕੁ ਬਸ ਇੱਕ ਕੱਟ ਲਗਾ ਕੇ ਉਹ ਵੀ ਛਾਤੀ ਦੀ ਸਾਈਡ ਤੇ ਤਾਂ ਕਿ ਕੰਸੀਲ ਹੋ ਜਾਏ, ਪਤਾ ਹੀ ਨਾ ਲੱਗੇ ਕਿਸੇ ਨੂੰ ਕਿ ਕੋਈ ਸਰਜਰੀ ਹੋਈ ਹੈ ਜਾਂ ਨਹੀਂ ਹੋਈ। ਤੇ ਛੋਟਾ ਜਿਹਾ ਕੱਟ ਲਗਾ ਕੇ ਉਹਦੇ ਥਰੂ ਉਹ ਪ੍ਰੋਬਸ ਹੁੰਦੀਆਂ, ਲੰਬੀ ਪ੍ਰੋਬ ਹੁੰਦੀ ਹੈ, ਉਹ ਆਪਾਂ ਅੰਦਰ ਇੰਟਰੋਡਿਊਸ ਕਰਦੇ ਆ। ਉਹਦੇ ਨਾਲ ਉਹ ਸਾਰੀ ਫੈਟ ਨੂੰ ਪਿਘਲਾ ਦਿੰਦਾ ਹੈ। ਫੈਟ ਪਿਘਲਣ ਤੋਂ ਬਾਅਦ ਉਹ ਫੈਟ ਨੂੰ ਰਿਮੂਵ ਕਰਨ ਵਾਸਤੇ ਫਿਰ ਉਸ ਤੋਂ ਬਾਅਦ ਲਾਈਪੋਸਕਸ਼ਨ ਬੋਲਦੇ ਆ ਆਪਾਂ, ਉਸ ਤੋਂ ਬਾਅਦ ਲਾਈਪੋਸਕਸ਼ਨ ਹੁੰਦੀ ਹੈ। ਸੋ ਇਸ ਪ੍ਰੋਸੈਸ ਨੇ ਸਾਡਾ ਸਰਜਰੀ ਦਾ ਟਾਈਮ ਪੀਰੀਅਡ ਥੋੜਾ ਜਿਹਾ ਇਨਕਰੀਜ਼ ਜ਼ਰੂਰ ਕੀਤਾ ਹੈ ਕਿਉਂਕਿ ਅਸੀਂ ਇੱਕ ਐਕਸਟਰਾ ਸਟੈਪ ਕਰ ਰਹੇ ਹਾਂ। ਬਟ ਉਹਦੇ ਨਾਲ ਪੇਸ਼ੈਂਟ ਨੂੰ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ ਹੈ। ਫਾਇਦਾ ਕਿਸ ਹਿਸਾਬ ਨਾਲ ਕਿ ਇਹ ਅਲਟਰਾਸੋਨਿਕ ਇੰਡਿਊਸਡ ਜਿਹੜੀ ਥੋੜੀ ਜਿਹੀ ਹੀਟ ਜਨਰੇਟ ਹੁੰਦੀ ਹੈ, ਵਾਈਬ੍ਰੇਸ਼ਨਸ ਜਨਰੇਟ ਹੁੰਦੀਆਂ, ਉਹਦੇ ਨਾਲ ਇੱਕ ਫੈਟ ਤਾਂ ਖੁਰਦੀ ਹੈ, ਫੈਟ ਤਾਂ ਪਿਘਲਦੀ ਹੈ। ਉਸ ਤੋਂ ਇਲਾਵਾ ਜਿਹੜੀ ਉੱਤੇ ਫੈਟ ਕੱਢਣ ਤੋਂ ਬਾਅਦ ਸਕਿਨ ਜਿਹੜੀ ਢਲਕਣ ਦੇ ਚਾਂਸਸ ਹੁੰਦੇ ਸੀ, ਸਕਿਨ ਜਿਹੜੀ ਢਿੱਲੀ ਪੈ ਜਾਂਦੀ ਸੀ, ਉਹ ਹੀਟ ਦੀ ਵਜ੍ਹਾ ਨਾਲ ਥੋੜੀ ਬਹੁਤ ਸਕਿਨ 'ਚ ਵੀ ਕੰਟਰੈਕਸ਼ਨ ਆਉਂਦੀ ਹੈ। ਸੋ ਤੁਸੀਂ ਦੇਖੋਗੇ ਕਿ ਜਿਵੇਂ ਮੰਨ ਲਓ ਇਹ ਚੈਸਟ ਵਧੀ ਹੋਈ ਹੈ, ਵਿਚਕਾਰ ਫੈਟ ਹੈ, ਪਿੱਛੇ ਸਪੋਜ਼ ਇਹ ਤੁਹਾਡੀ ਚੈਸਟ ਹੈ, ਹੱਡੀਆਂ ਹੈਗੀਆਂ, ਮਾਸਪੇਸ਼ੀਆਂ, ਉਹਦੇ ਉੱਤੇ ਫੈਟ ਹੈ, ਉਹਦੇ ਉੱਤੇ ਸਕਿਨ ਹੈ। ਜੇ ਮੈਂ ਵਿੱਚੋਂ ਫੈਟ ਕੱਢ ਲਾਂਗਾ ਤੇ ਉੱਤੇ ਸਕਿਨ ਜਿਹੜੀ ਹੈ ਥੋੜੀ ਢਲਕਦੀ ਰਹੇਗੀ। ਸੋ ਜੇ ਇਸੇ ਸਕਿਨ ਨੂੰ ਆਪਾਂ ਥੋੜਾ ਜਿਹਾ ਹੀਟ ਦੇ ਕੇ ਅਲਟਰਾਸੋਨਿਕ ਵੇਵਸ ਦੇ ਨਾਲ ਥੋੜਾ ਉਹਨੂੰ ਕਰਾਂਗੇ ਤੇ ਆਪਣੇ ਆਪ ਹੀ ਸੁੰਗੜ ਜਾਏਗੀ, ਕੰਟਰੈਕਟ ਹੋ ਜਾਏਗੀ
ਤੇ ਇੱਕ ਚੈਸਟ ਨੂੰ ਬੜੀ ਵਧੀਆ ਸ਼ੇਪ ਦੇਗੀ। ਸੋ ਇਸ ਕਰਕੇ ਇਹਨੂੰ ਹਾਈ ਡੈਫੀਨੇਸ਼ਨ ਲਾਈਪੋਸਕਸ਼ਨ ਵੀ ਬੋਲਦੇ ਆ। ਇਹਦੇ ਵਿੱਚ ਮਿਨੀਮਲ, ਬਹੁਤ ਹੀ ਮਿਨੀਮਲ ਬਲੱਡ ਲਾਸ ਹੁੰਦਾ ਹੈ। ਅਸੀਂ ਪੇਸ਼ੈਂਟ ਦੇ HB ਅਸੀਂ ਇਹ ਵੀ ਕਰਾ ਕੇ ਦੇਖਿਆ ਕਿ ਜੇ ਮੰਨ ਲਓ ਪਹਿਲਾਂ 15.8 ਗ੍ਰਾਮ ਹੈ ਸਪੋਜ਼ HB, ਤੇ ਆਪਰੇਸ਼ਨ ਤੋਂ ਬਾਅਦ 15.4 15.5 ਹੀ ਰਹਿੰਦਾ ਹੈਗਾ, ਜਦਕਿ ਨਾਰਮਲ ਸਰਜਰੀਜ਼ 'ਚ ਇਹ 1 ਤੋਂ 2 ਗ੍ਰਾਮ ਥੱਲੇ ਗਿਰ ਜਾਂਦਾ ਹੈਗਾ। ਸੋ ਇਸ ਕਰਕੇ ਇਹ ਇੱਕ ਬੈਟਰ ਟੈਕਨੀਕ ਹੈ, ਰਿਕਵਰੀ ਟਾਈਮ ਬਹੁਤ ਵਧੀਆ ਹੈ, ਹਾਈ ਡੈਫੀਨੇਸ਼ਨ ਲਾਈਪੋਸਕਸ਼ਨ ਹੈ। ਇਮੀਡੀਏਟਲੀ ਤੁਹਾਨੂੰ ਕੀ ਕਹਿੰਦੇ ਆ, ਸਰਜਰੀ ਤੋਂ ਅਗਲੇ ਦਿਨ ਹੀ ਰਿਜ਼ਲਟ ਮਿਲ ਜਾਂਦਾ, ਅਗਲੇ ਦਿਨ ਹੀ ਤੁਹਾਨੂੰ ਪਤਾ ਲੱਗ ਜਾਂਦਾ ਕਿ ਮੈਨੂੰ ਇਹ ਸਰਜਰੀ ਕਰਾਏ ਦਾ ਕੀ ਫਾਇਦਾ ਹੋਇਆ ਹੈ। ਐਂਡ ਫਾਈਨਲ ਰਿਜ਼ਲਟਸ ਤੁਹਾਨੂੰ ਕੀ ਕਹਿੰਦੇ ਆ 2 ਤੋਂ 3 ਹਫ਼ਤੇ ਦੇ ਵਿੱਚ ਬਹੁਤ ਵਧੀਆ ਰਿਜ਼ਲਟਸ ਮਿਲ ਜਾਂਦੇ ਆ। ਥੋੜੀ ਬਹੁਤ ਜਿਹੜੀ ਸਕਿਨ ਦੀ ਰੀਮੋਡਲਿੰਗ, ਹਾਂ ਉਸ ਤੋਂ ਬਾਅਦ ਤੁਸੀਂ ਜਿਮਿੰਗ ਕਰੋ, ਥੋੜਾ ਬਹੁਤ ਤੁਸੀਂ ਆਪਣੀ ਮਤਲਬ ਡਾਈਟ ਕੌਨਸ਼ੀਅਸ ਰਹੋ, ਤੇ ਤੁਹਾਡੀ ਚੈਸਟ ਦੀ ਸ਼ੇਪ ਜਿਹੜੀ ਹੈ ਜਿੱਦਾਂ ਦੀ ਤੁਸੀਂ ਸੋਚ ਰਹੇ ਹੋ ਉੱਦਾਂ ਦੀ ਹੀ ਤੁਹਾਨੂੰ ਮਿਲ ਜਾਏਗੀ। ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਡਾਕਟਰ ਸਾਹਿਬ, ਜੇ ਕੋਈ ਪੇਸ਼ੈਂਟ ਸਰਜਰੀ ਕਰਵਾਉਂਦਾ ਹੈ ਤੇ ਦੁਬਾਰਾ ਪੇਸ਼ੈਂਟ ਨੂੰ ਇਹ ਪ੍ਰੋਬਲਮ ਫੇਸ ਕਰਨ ਦੀ ਨੌਬਤ ਤਾਂ ਨਹੀਂ ਆਏਗੀ? ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਬਟ ਜੋ ਤੁਸੀਂ ਸਵਾਲ ਪੁੱਛਿਆ ਹੈ ਬਹੁਤ ਹੀ ਕਾਮਨਲੀ ਆਸਕਡ ਕੁਐਸਚਨ ਹੈ। ਪੇਰੈਂਟਸ ਮੈਨੂੰ ਪੁੱਛਦੇ ਹੈਗੇ ਆ, ਪੇਸ਼ੈਂਟਸ ਵੀ ਖੁਦ ਆਪ ਪੁੱਛਦੇ ਆ ਕਿ ਡਾਕਟਰ ਸਾਹਿਬ ਜੇ ਇੱਕ ਵਾਰੀ ਆਪਾਂ ਸਰਜਰੀ ਕਰਾ ਲਈ ਦੁਬਾਰਾ ਹੋਣ ਦੇ ਚਾਂਸਸ ਤਾਂ ਨਹੀਂ ਹੈਗੇ? ਦੇਖੋ, ਇਹਦੇ ਵਿੱਚ ਨਾ ਸਿਰਫ ਚੈਸਟ ਦੇ ਅਰਾਊਂਡ ਫੈਟ, ਬਟ ਜਿਹੜਾ ਗਲੈਂਡ ਹੈ ਉਹ ਵੀ ਆਪਾਂ, ਜਿਹੜੀ ਮੈਂ ਅਲਟਰਾਸੋਨਿਕ ਅਸਿਸਟਡ ਲਾਈਪੋਸਕਸ਼ਨ ਤੁਹਾਨੂੰ ਮੈਂ ਦੱਸਿਆ ਕਿ ਅਸੀਂ USA ਤੋਂ ਮਸ਼ੀਨ ਇੰਪੋਰਟ ਕਰਾਈ ਹੈ, ਉਹੀ ਛੋਟੇ ਚੀਰੇ ਦੇ ਨਾਲ ਹੀ ਉਸ ਗਲੈਂਡ ਨੂੰ ਵੀ ਪੂਰਾ ਪਿਘਲਾ ਦਿੰਦੀ ਹੈ, ਪਲੱਸ ਫੈਟ ਨੂੰ ਵੀ ਸਾਰਾ ਖੋਰ ਦਿੰਦੀ ਹੈ, ਤੇ ਉਹਦੇ ਨਾਲ ਸਾਰੀ ਫੈਟ ਬਾਹਰ ਆ ਜਾਂਦੀ ਹੈ। ਸੋ देयर इज़ नो चांसेस कि वो चीज़ दोबारा हो सके until और unless पेशेंट जे 20-25 kg वेट गेन करता है, फिर जाके थोड़ी बहुत फैट जिवें बाकी बॉडी के हिस्सों के उत्ते एक्यूमुलेट होंदी है, उत्थे भी एक्यूमुलेट हो सकती है। बट वो वाली जिहड़ी फैट एक्यूमुलेटेड होएगी वो इदां कदी भी नहीं लगेगा कि ये मेल ब्रैसट की तरह शेप हैगी है। तुसी इस इंटरव्यू के दौरान कुछ रिजल्ट्स भी देखोगे जिहदे च तुहानूं एग्जैक्टली पता चलेगा कि पहला मेल चैस्ट किदां दी लग रही सी ते बाद दे विच उहदी की शेप बन गई। तो सब पॉसिबल सिर्फ लाइपोसक्शन करके ही होया है। तो नॉट ओनली लाइपोसक्शन बट जिहड़ा एक एड ऑन आपां विच प्रोसीजर कीता हैगा अल्ट्रासोनिक असिस्टेड लाइपोसक्शन, उस अल्ट्रासोनिक मशीन की वजह दे नाल। देखो, क्योंकि ये एडवांस्ड टैक्नीक दे नाल असीं करदे हां, पेशेंट नूं कोई बहुत लंबे समय वास्ते रिकवरी की लोड़ नहीं पैंदी हैगी। इमीडिएटली जिवें मैं तुहानूं दस्सिया कि 2 दिन दे विच ही पेशेंट अपनी नॉर्मल एक्टिविटीज़ रिज्यूम कर लैंदा हैगा। इहदे नाल असीं कंप्रैशन गारमेंट दिंदे हां, एक जैकेट जिहड़ी कि अंदर पानी हुंदी है सीधी चैस्ट दे उत्ते, मतलब तुसीं अपनी बॉडी दे उत्ते एक जैकेट पा सकदे हो, उस तो बाद उहदे उत्ते टी-शर्ट या शर्ट जो भी तुसीं कपड़े पाने उहदे उत्ते पा सकदे हो। ये कंप्रैशन देना ਜ਼ਰੂਰੀ ਹੁੰਦਾ ਹੈ। ਡਾਕਟਰ ਸਾਹਿਬ, ਤੁਸੀਂ ਕੱਪੜੇ ਦੀ ਗੱਲ ਕੀਤੀ ਹੈ, ਮੈਂ ਕੋਈ ਵੀ ਜਾਣਨਾ ਚਾਹੂੰਗਾ ਤੁਹਾਡੇ ਕੋਲ ਕਿ ਸਰਜਰੀ ਤੋਂ ਬਾਅਦ ਪ੍ਰੋਪਰ ਕੱਪੜੇ ਜਿਹੜੇ ਪੇਸ਼ੈਂਟ ਪਾ ਸਕਦਾ ਹੈ, ਪਰੇਸ਼ਾਨੀ ਤਾਂ ਨਹੀਂ ਹੁੰਦੀ ਕੋਈ? नहीं, बिल्कुल ये कोई परेशानी नहीं है। फ्रॉम नैक्सट डे ऑनवर्ड्स ही पेशेंट बिल्कुल नॉर्मल अपनी लाइफ जी सकता है, कोई इदां दी परेशानी या प्रॉब्लम नहीं है। आम तौर पर पतली शर्ट्स या टी शर्ट्स विच जिवें चैस्ट एक भारी जी बल्कि चैस्ट नज़र आती सी जो कि एक फीमेल ब्रैसट की लुक दिंदी है, वो तुसी अपनी मतलब हर डिज़ायर दे, हर मतलब अपनी सोच दे कपड़े पा सकते हो। उस तो बाद कोई इदां दी दिक्कत वाली गल नहीं है, क्योंकि वो सर्जरी के दौरान ही 2.5 ਤੋਂ 3 घंटे की सर्जरी होंदी है। ਇਹਦੇ ਵਿੱਚ ਸਾਰਾ ਦਾ ਸਾਰਾ ਕੀ ਕਹਿੰਦੇ ਆ ਫੈਟ ਤੁਹਾਡੀ ਸਾਰੀ ਨਿਕਲ ਜਾਂਦੀ ਹੈ, ਐਂਡ ਤੁਸੀਂ ਆਪਣੇ ਨਾਰਮਲ ਆਪਣੇ ਮਨ ਚਾਹੇ ਕੱਪੜੇ ਆ ਜਿੱਦਾਂ ਵੀ ਪਾ ਸਕਦੇ ਹੋ। ਡਾਕਟਰ ਸਾਹਿਬ, ਜਿਹੜੇ ਪੇਸ਼ੈਂਟ ਇਸ ਚੀਜ਼ ਦੇ ਨਾਲ ਜੂਝ ਰਹੇ ਨੇ, ਨਿਰਾਸ਼ ਹੋ ਚੁੱਕੇ ਨੇ ਇਸ ਚੀਜ਼ ਤੋਂ, ਲੋਕਾਂ ਨੂੰ ਫੇਸ ਕਰਨਾ ਵੀ ਡਿਫਿਕਲਟ ਹੁੰਦਾ ਇਸ ਚੀਜ਼ ਦੇ ਨਾਲ, ਕੀ ਤੁਹਾਡਾ ਸੁਜੈਸ਼ਨ ਰਹੇਗਾ ਉਹਨਾਂ ਵਾਸਤੇ? ਮੇਰਾ ਸੁਜੈਸ਼ਨ ਇਹ ਰਹੇਗਾ ਕਿ ਉਹ ਆਨ ਤੁਹਾਡੇ ਮਾਧਿਅਮ ਦੇ ਰਾਹੀਂ ਜੇ ਉਹ ਸਾਨੂੰ ਅਪਰੋਚ ਕਰਦੇ ਆ, ਮੈਂ ਉਹਨਾਂ ਨੂੰ ਫ੍ਰੀ ਕੰਸਲਟੇਸ਼ਨ ਦਵਾਂਗਾ ਫਸਟ ਆਫ ਆਲ, ਤੇ ਉਹਨਾਂ ਨੂੰ ਆਪਾਂ ਕੰਸਲਟ ਕਰਾਂਗੇ, ਉਹਨਾਂ ਨੂੰ ਦੱਸਾਂਗੇ ਕਿ ਵਾਕਈ ਉਹ ਸਰਜਰੀ ਦਾ ਮਤਲਬ ਲਾਇਕ ਹੈਗੇ ਹੈ ਕਿ ਸਰਜਰੀ ਉਹਨਾਂ ਨੂੰ ਕਰਵਾਉਣੀ ਚਾਹੀਦੀ ਹੈ ਜਾਂ ਉੱਦਾਂ ਵੀ ਉਹ ਠੀਕ ਹੋ ਸਕਦੇ ਨੇ। ਤੇ ਜੇ ਸਰਜਰੀ ਵੀ ਕਰਵਾਉਣੀ ਪਏਗੀ ਉਹਦੇ ਕੀ ਪ੍ਰੋਸ ਐਂਡ ਕੌਨਸ ਹੈਗੇ ਆ, ਕੀ ਹੈਗਾ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਰਜਰੀ ਵਾਸਤੇ ਪਹਿਲਾਂ ਲੋਕਾਂ ਨੂੰ ਮਤਲਬ ਆਪਣਾ ਘਰ ਛੱਡ ਕੇ ਬਾਹਰ ਜਾਣਾ ਪੈਂਦਾ ਸੀ, ਦਿੱਲੀ ਬੰਬੇ ਜਾਣਾ ਪੈਂਦਾ ਸੀ, ਕਿਉਂਕਿ ਇਹ ਮਸ਼ੀਨਸ ਉੱਥੇ ਅਵੇਲੇਬਲ ਸੀ। ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਇਹ ਮਸ਼ੀਨ ਤੁਹਾਨੂੰ ਤੁਹਾਡੇ ਆਪ ਦੇ ਘਰੇ ਪੰਜਾਬ ਵਿੱਚ ਅੰਮ੍ਰਿਤਸਰ ਦੇ ਵਿੱਚ ਮਤਲਬ ਅਵੇਲੇਬਲ ਹੈ, ਐਂਡ ਵੀ ਆਰ ਵੈਰੀ ਪ੍ਰਾਊਡ ਕਿ ਇਹ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਜਲੰਧਰ ਤੱਕ ਮਤਲਬ ਸਿਰਫ ਸਾਡੇ ਕੋਲ ਹੀ ਹੈਗੀ ਇਹ ਮਸ਼ੀਨ, ਤੇ ਵੀ ਆਰ ਦਾ ਪਾਇਨੀਅਰ ਟੂ ਬ੍ਰਿੰਗ ਦਿਸ ਮਸ਼ੀਨ ਇਨਟੂ ਆਰ ਸੈਟਅਪ। ਤੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕੁਐਰੀ ਜਾਂ ਤੁਹਾਡੇ ਕੋਈ ਜਾਣਕਾਰ ਜਿਨ੍ਹਾਂ ਨੂੰ ਇਸ ਦਿੱਕਤ ਤੋਂ ਉਹ ਪੇਸ਼ ਆ ਰਹੇ ਨੇ, ਤੇ ਉਹਨਾਂ ਨੂੰ ਜ਼ਰੂਰ ਸਾਡਾ ਕੰਟੈਕਟ ਨੰਬਰ ਦਿਓ ਜੋ ਕਿ ਥੱਲੇ ਸਕਰੀਨ ਤੇ ਵੀ ਤੁਸੀਂ ਦੇਖ ਸਕਦੇ ਹੋ।
ਤੇ ਜਾਂ ਫਿਰ 80 70 500 900 ਇਸ ਨੰਬਰ ਦੇ ਉੱਤੇ ਤੁਸੀਂ ਡਾਇਲ ਕਰਕੇ ਆਪਣੀ ਕੰਸਲਟੇਸ਼ਨ ਬੁੱਕ ਕਰੋ, ਫ੍ਰੀ ਕੰਸਲਟੇਸ਼ਨ ਬੁੱਕ ਕਰੋ ਐਂਡ ਗਾਇਨੇਕੋਮੈਸਟੀਆ ਦੇ ਰਿਗਾਰਡਿੰਗ ਮੈਂ ਤੁਹਾਨੂੰ ਪਰਸਨਲੀ ਜੋ ਵੀ ਹੋਏਗਾ ਉਹ ਮੈਂ ਤੁਹਾਨੂੰ ਦੱਸਾਂਗਾ। ਮੈਂ 2 ਜਗ੍ਹਾ ਤੇ ਆਪਰੇਟ ਕਰਦਾ ਵਾਂ, ਇੱਕ ਗੋਲਡਨ ਐਸਥੈਟਿਕਸ हेयर ट्रांसप्लांट एंड कॉस्मेटिक सर्जरी क्लिनिक ते जो कि ਅੰਮ੍ਰਿਤਸਰ ਚ ਮਜੀਠਾ ਰੋਡ ਤੇ ਹੈਗਾ ਐਂਡ ਦੂਸਰੀ ਜਗ੍ਹਾ ਫੋਰਟਿਸ ਅੰਮ੍ਰਿਤਸਰ ਦੇ ਵਿੱਚ ਵੀ ਮੈਂ ਇਸ ਚੀਜ਼ ਦਾ ਆਪਰੇਟ ਕਰਦਾ ਵਾਂ। ਸੋ ਤੁਸੀਂ ਬੇਹਿਚਕ ਹੋ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਜੋ ਵੀ ਕੋਈ ਡਾਊਟ ਹੈ ਉਹ ਕਲੀਅਰ ਕਰਾ ਸਕਦੇ ਹੋ ਇਸ ਚੀਜ਼ ਨੂੰ ਲੈ ਕੇ। ਸੋ ਜੋ ਪੇਸ਼ੈਂਟਸ ਇਸ ਚੀਜ਼ ਦੇ ਨਾਲ ਜੂਝ ਰਹੇ ਨੇ, ਆਪਣੀ ਲਾਈਫ ਤੋਂ ਪਰੇਸ਼ਾਨ ਹੋ ਚੁੱਕੇ ਨੇ ਜਾਂ ਆਪਣੇ ਆਪ ਨੂੰ ਵੀਕ ਮਹਿਸੂਸ ਕਰਦੇ ਨੇ, ਘਬਰਾਉਣ ਦੀ ਲੋੜ ਨਹੀਂ ਹੈ। ਹੁਣ ਇਸ ਚੀਜ਼ ਦਾ ਇਲਾਜ ਪੋਸੀਬਲ ਹੈ ਗੋਲਡਨ ਐਸਥੈਟਿਕ ਅੰਮ੍ਰਿਤਸਰ ਵਿਖੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਜੀ ਸ਼ੁਕਰੀਆ, ਥੈਂਕ ਯੂ ਸੋ ਮਚ।